ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ ਤੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ, ਪ੍ਰੋਗਰਾਮ ਅਖਬਾਰਨਾਮਾ। ਅੱਜ ਮੇਰੇ ਨਾਲ ਦੇ ਦੋਵੇਂ ਸਾਥੀ ਜਿਹੜੇ ਨੇ ਉਹ ਛੁੱਟੀ ਤੇ ਨੇ, ਕੋਈ ਜ਼ਰੂਰੀ ਕੰਮ ਸੀ, ਇਸ ਲਈ ਮੈਂ ਸੋਚਿਆ ਕਿ ਅਖਬਾਰਨਾਮਾ ਜਿਹੜਾ ਹੈ ਉਹ ਮੈਂ ਕਰ ਲਵਾਂ। ਕੱਲ੍ਹ ਦੀਆਂ ਅਖਬਾਰਾਂ ਦੇ ਵਿੱਚ ਇੱਕ ਖਬਰ ਜਿਹੜੀ ਹੈ ਬਹੁਤ ਹੀ ਅਹਿਮ ਰਹੀ, ਉਹ ਸੀ SGPC ਦਾ ਪ੍ਰਧਾਨ ਚੁਣਨਾ। SGPC ਦਾ ਪ੍ਰਧਾਨ ਇੱਕ ਵਾਰ ਫਿਰ ਤੋਂ ਉਹ ਪੰਥਕ ਚਿਹਰਾ ਜਿਹੜਾ ਸਾਹਮਣੇ ਆਇਆ। ਜਦੋਂ ਪਿਛਲੀ ਵਾਰ ਉਹ ਆਏ ਸੀਗੇ ਤਾਂ ਬਹੁਤ ਸਾਰੀਆਂ ਕੰਟਰੋਵਰਸੀ ਜਿਹੜੀਆਂ ਸੀ ਉਹਨਾਂ ਦੇ ਨਾਲ ਜੁੜੀਆਂ। ਮੈਂ ਗੱਲ ਕਰ ਰਿਹਾ ਬੀਬੀ ਜਗੀਰ ਕੌਰ ਦੀ, ਜਿਨ੍ਹਾਂ ਨੂੰ ਪੰਥਕ ਚਿਹਰਾ ਮੰਨਿਆ ਜਾ ਰਿਹਾ ਹੈ, ਔਰ ਇਸ ਵਾਰ ਫਿਰ ਉਹ SGPC ਦੇ ਪ੍ਰਧਾਨ ਚੁਣੇ ਗਏ। ਉਹਨਾਂ ਨੇ ਵਿਰੋਧੀ ਧਿਰ ਨੂੰ 102 ਵੋਟਾਂ ਦੇ ਨਾਲ ਹਰਾਇਆ। ਪਰ ਜਦੋਂ ਵੀ ਅਸੀਂ ਬੀਬੀ ਜਗੀਰ ਕੌਰ ਬਾਰੇ ਗੱਲ ਕਰਦੇ ਹਾਂ ਤੇ ਗੱਲ ਜਿਹੜੀ ਹੈ ਉਹ ਇੱਥੇ ਨਹੀਂ ਮੁੱਕਦੀ, ਸਗੋਂ ਗੱਲ ਕੰਟਰੋਵਰਸੀਆਂ ਦੇ ਨਾਲ ਵੀ ਜੁੜੀ ਜਾਂਦੀ ਹੈ। ਥੋੜ੍ਹੀਆਂ ਜਿਹੀਆਂ ਕੰਟਰੋਵਰਸੀਆਂ ਜਿਹੜੀਆਂ ਆਮ ਉਹਨਾਂ ਦੇ ਨਾਲ ਜੁੜੀਆਂ ਜਾਂਦੀਆਂ ਸੀਗੀਆਂ। ਸਭ ਤੋਂ ਪਹਿਲੇ ਆਉਂਦੀ ਹੈ ਡੇਰਾ ਸੱਚਾ ਸੌਦਾ, ਯਾਨੀ ਕਿ ਸੰਤ ਰਾਮ ਰਹੀਮ ਨੂੰ ਮਾਫੀਨਾਮਾ ਦੇਣਾ। ਇਹ ਇੱਕ ਉਹਨਾਂ ਦੇ ਨਾਲ ਕੰਟਰੋਵਰਸੀ ਜਿਹੜੀ ਹੈ ਉਹ ਹਜੇ ਤੱਕ ਚੱਲ ਰਹੀ ਹੈ। ਇਸ ਤੋਂ ਇਲਾਵਾ ਜਿਹੜਾ ਹੈ ਆਪਾਂ ਕਹਿ ਲਈਏ ਕਿ ਬਰਗਾੜੀ ਬੇਅਦਬੀ ਕਾਂਡ ਦੀ ਕੰਟਰੋਵਰਸੀ ਹੈ। ਇਸ ਤੋਂ ਬਾਅਦ ਤੀਸਰੀ ਕੰਟਰੋਵਰਸੀ ਜਿਹੜੀ ਹੈ ਉਹਨਾਂ ਦੇ ਨਾਲ ਜਿਹੜਾ ਉਹਦਾ ਥੋੜਾ ਪ੍ਰਭਾਵ ਉਹਨਾਂ 'ਤੇ ਪੈ ਰਿਹਾ ਹੈ, ਉਹ ਹੈ ਬਾਈਬਲ ਕਲਾਂ ਗੋਲੀ ਕਾਂਡ। ਸੋ ਆਪਾਂ ਇਹ ਕਹਿ ਲਈਏ ਕਿ ਬੀਬੀ ਜਗੀਰ ਕੌਰ ਦੇ ਨਾਲ ਕੰਟਰੋਵਰਸੀਆਂ ਵੀ ਬਿਲਕੁਲ ਚੱਲ ਰਹੀਆਂ ਨੇ। ਪਰ ਇਹ ਪੰਥਕ ਚਿਹਰਾ ਜਿਹੜਾ ਹੈ ਇਹ ਇਕੱਲਾ ਕੰਟਰੋਵਰਸੀ ਤੱਕ ਨਹੀਂ ਸਹਿਮਤ। ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ, ਸਨ 2000 ਦੇ ਵਿੱਚ ਜਿਹੜਾ ਸੀਗਾ ਇੱਕ ਅਹਿਮ ਕੇਸ ਹੋਇਆ ਸੀਗਾ। ਬੀਬੀ ਜਗੀਰ ਕੌਰ ਦੀ ਬੇਟੀ ਹਰਪ੍ਰੀਤ ਕੌਰ ਜਿਹੜੀ ਸੀ, ਉਹਨਾਂ ਦੀ ਲਾਸ਼ ਜਿਹੜੀ ਹੈ, ਜਾਨੂੰ ਕਹਿ ਲਓ ਉਹਨਾਂ ਦੀ ਮੌਤ ਜਿਹੜੀ ਸੀਗੀ ਭੇਤ ਭਰੀ ਹਾਲਤ ਦੇ ਵਿੱਚ ਹੋਈ ਸੀ। ਔਰ CBI ਨੇ ਜਾਂਚ ਕੀਤੀ, ਬਹੁਤ ਕੁਝ ਜਿਹੜਾ ਸੀਗਾ ਪਾਇਆ ਗਿਆ। ਪਰ ਉਸ ਜਾਂਚ ਦੇ ਵਿੱਚ ਕੀ ਹੋਇਆ ਮੈਂ ਸਟੈਪ ਬਾਏ ਸਟੈਪ ਤੁਹਾਨੂੰ ਦੱਸ ਰਿਹਾ। ਸਨ 2000 ਦੇ ਵਿੱਚ ਜਿਹੜੀ ਹੈ ਮਾਰਚ 2000 ਨੂੰ ਜਿਹੜਾ ਹੈ ਉਹ ਬੀਬੀ ਦੀ ਜਿਹੜੀ ਪੁੱਤਰੀ ਹੈ ਹਰਪ੍ਰੀਤ ਕੌਰ, ਉਹਦਾ ਭੇਤ ਭਰੀ ਹਾਲਾਤ ਵਿੱਚ ਕਤਲ ਹੁੰਦਾ ਹੈ। ਫਿਰ ਹੌਲੀ ਹੌਲੀ ਖਬਰ ਜਿਹੜੀ ਹੁੰਦੀ ਆਈ ਸੀਗੀ, ਉਹਦੇ ਨਾਲ ਇੱਕ ਲੜਕਾ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈ, ਕਮਲਜੀਤ ਜਿਹਦਾ ਨਾਂ ਹੈ। ਔਰ ਉਹ ਕਹਿੰਦਾ ਸੀ ਕਿ ਮੈਂ ਜਿਹੜਾ ਹੈ ਹਰਪ੍ਰੀਤ ਕੌਰ ਦੇ ਨਾਲ ਵਿਆਹ ਕੀਤਾ ਸੀ, ਔਰ ਹਰਪ੍ਰੀਤ ਕੌਰ ਜਿਹੜੀ ਸੀਗੀ ਉਹ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਸੀ। ਉਹ 3 ਮਹੀਨਿਆਂ ਦੀ ਪ੍ਰੈਗਨੈਂਟ ਸੀ। ਐਂਡ ਉਹ ਇਹ ਵੀ ਦਾਅਵਾ ਕਰ ਰਿਹਾ ਸੀਗਾ ਕਿ ਉਹਦਾ ਅਬੋਰਸ਼ਨ ਕਰਾਇਆ ਗਿਆ, ਐਂਡ ਅਬੋਰਸ਼ਨ ਕਰਾਉਣ ਤੋਂ ਬਾਅਦ ਜਿਹੜਾ ਹੈ ਉਹਨੂੰ ਅਬਡਕਸ਼ਨ ਯਾਨੀ ਕਿ ਉਹਨੂੰ ਕਿਡਨੈਪ ਰੱਖਿਆ ਗਿਆ। ਫਿਰ ਉੜਦੀ ਖਬਰ ਜਿਹੜੀ ਇਹ ਆ ਗਈ ਕਿ ਹਰਪ੍ਰੀਤ ਦਾ ਕਤਲ ਹੁੰਦਾ ਹੈ। ਪਰ ਕਤਲ ਹੁੰਦਿਆਂ ਸਾਰ ਹੀ ਉਹਨੂੰ ਬੜੀ ਹਦਲਾ ਬੱਲੀ ਦੇ ਵਿੱਚ, ਯਾਨੀ ਕਿ ਜਲਦੀ ਜਿਹੜਾ ਹੈ ਹਰਪ੍ਰੀਤ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਸਾਰੀਆਂ ਜਿਹੜੀਆਂ ਚੁਣੌਤੀਆਂ ਨੇ, ਸਾਰੇ ਜਿਹੜੇ ਗੱਲਾਂ ਨੇ, ਜਿਹੜੀਆਂ ਸਾਰੀਆਂ ਸੂਈਆਂ ਨੇ, ਉਹ ਬੀਬੀ ਜਗੀਰ ਕੌਰ ਦੇ ਉੱਤੇ ਆ ਕੇ ਰੁਕ ਜਾਂਦੀਆਂ ਨੇ ਕਿ ਕਿਉਂ ਉਹਨਾਂ ਨੇ ਜਿਹੜਾ ਹੈ ਆਪਣੀ ਪੁੱਤਰੀ ਹਰਪ੍ਰੀਤ ਦਾ ਜਿਹੜਾ ਕ੍ਰਿਮੇਸ਼ਨ ਹੈ ਉਹ ਇੰਨੀ ਜਲਦੀ ਕੀਤਾ। ਕਿਉਂ ਨਹੀਂ ਉਹਨਾਂ ਨੇ ਮੀਡੀਆ ਨੂੰ ਖਬਰ ਲੱਗਣ ਦਿੱਤੀ, ਤੇ ਕਿਉਂ ਨਹੀਂ ਜਿਹੜਾ ਹੈ ਇਸ ਗੱਲ ਦੀ ਜਿਹੜੀ ਧੂੰ ਹੈ ਉਹ ਬਾਹਰ ਆਈ। ਬੀਬੀ ਜਗੀਰ ਕੌਰ ਤੋਂ ਇਲਾਵਾ ਇਸ ਦੇ ਵਿੱਚ ਹੋਰ 3 ਨਾਮ ਵੀ ਜਿਹੜੇ ਨੇ ਉਹ ਜੁੜਦੇ ਨੇ, ਜਿਨ੍ਹਾਂ ਵਿੱਚ ਦਲਵਿੰਦਰ ਕੌਰ ਦੇਸੀ ਨੇ, ਪੋਲੀਟੀਕਲ ਐਡਵਾਈਜ਼ਰ ਨੇ ਬੀਬੀ ਦੇ ਪਰਮਜੀਤ ਸਿੰਘ ਜੀ, ਔਰ ਸਬ ਇੰਸਪੈਕਟਰ ਨਿਸ਼ਾਨ ਸਿੰਘ। ਇਹ ਤਿੰਨੇ ਜਿਹੜੇ ਨੇ ਇਹਨਾਂ ਦੇ ਨਾਲ ਜਿਹੜਾ ਹੈ ਕਿਹਾ ਜਾ ਰਿਹਾ ਸੀ CBI ਦੀ ਜੋ ਜਾਂਚ ਕੀਤੀ ਜਾ ਰਹੀ ਸੀ, CBI ਦੀ ਜਾਂਚ ਮੁਤਾਬਕ ਇਹ ਤਿੰਨੇ ਜਿਹੜੇ ਸੀਗੇ ਨਾਮ ਇਸ ਅਬੋਰਸ਼ਨ ਦੇ ਵਿੱਚ ਤੇ ਅਬਡਕਸ਼ਨ ਦੇ ਵਿੱਚ ਜਿਹੜੇ ਸੀਗੇ ਮੌਜੂਦ ਸੀਗੇ। 2012 ਦੇ ਵਿੱਚ CBI ਦੀ ਰਿਪੋਰਟ ਆਉਂਦੀ ਹੈ। ਇਹ ਜਾਂਚ ਜਿਹੜੀ ਸੀਗੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਸੌਂਪੀ ਗਈ, ਤੇ ਉਹਨਾਂ ਨੇ ਆਪਣੀ ਜਾਂਚ ਦੇ ਵਿੱਚ ਦੱਸਿਆ ਕਿ ਬੀਬੀ ਜਗੀਰ ਕੌਰ ਨੇ 3 ਹੋਰਾਂ ਦੇ ਨਾਲ ਮਿਲ ਕੇ ਆਪਣੀ ਹੀ ਕੁੜੀ ਨੂੰ ਜਿਹੜਾ ਹੈ ਉਹ ਪਹਿਲਾਂ ਤਾਂ ਉਹਦਾ ਫੋਰਸਫੁਲੀ ਅਬੋਰਸ਼ਨ ਕਰਾਇਆ, ਉਸ ਤੋਂ ਬਾਅਦ ਆਪਣੀ ਕੁੜੀ ਨੂੰ ਜਿਹੜਾ ਹੈ ਅਬਡਕਸ਼ਨ ਯਾਨੀ ਕਿ ਬੰਦ ਰੱਖਿਆ, ਔਰ ਉਹਨਾਂ ਦੇ ਉੱਤੇ ਜਿਹੜਾ ਹੈ ਇਹ ਚਾਰਜਿਸ ਜਿਹੜੇ ਸੀਗੇ ਲਗਾਏ ਗਏ। ਹਾਲਾਂਕਿ ਬੀਬੀ ਜਗੀਰ ਕੌਰ ਦੇ ਉੱਤੇ ਜਿਹੜਾ ਹੈ ਮਰਡਰ ਦੇ ਚਾਰਜ ਜਿਹੜੇ ਸੀਗੇ ਉਹ ਬਿਲਕੁਲ ਸਾਬਤ ਨਹੀਂ ਹੋਏ, ਔਰ ਇਹਦੇ ਬਾਰੇ ਹਾਲੇ ਤੱਕ ਕਿਸੇ ਨੂੰ ਕੁਝ ਨਹੀਂ ਪਤਾ। 2012 ਦੇ ਵਿੱਚ ਜਿਹੜਾ ਹੈ ਬੀਬੀ ਜਗੀਰ ਕੌਰ ਨੂੰ ਜਿਹੜਾ ਹੈ 5 ਸਾਲ ਦੀ ਸਜ਼ਾ ਜਿਹੜੀ ਹੈ ਉਹ ਸੁਣਾਈ ਜਾਂਦੀ ਹੈ CBI ਅਦਾਲਤ ਦੇ ਵੱਲੋਂ। ਫਿਰ ਹਮੇਸ਼ਾ ਅਸੀਂ ਜਾਣਦੇ ਹਾਂ ਸਟੋਰੀ ਦੇ ਵਿੱਚ ਟਵਿਸਟ ਆਉਂਦਾ ਹੈ। 6 ਸਾਲ ਬਾਅਦ ਜਿਹੜਾ ਹੈ CBI ਦੀ ਜਿਹੜੀ ਰਿਪੋਰਟ ਹੈ ਉਹਨੂੰ ਝੁਠਲਾਇਆ ਜਾਂਦਾ ਹੈ। ਹਾਈ ਕੋਰਟ ਦਾ ਕਹਿਣਾ ਸੀਗਾ ਕਿ CBI ਨੇ ਮੰਨਿਆ ਸੀ ਕਿ ਕਮਲਜੀਤ ਜਿਹੜਾ ਕਿ ਹਰਪ੍ਰੀਤ ਦਾ ਪਤੀ ਸੀ, ਹਰਪ੍ਰੀਤ ਦਾ ਪਤੀ, ਉਹ ਕਹਿੰਦੇ ਕਿ ਉਹ ਜਿਹੜਾ ਹੈ CBI ਨੂੰ ਉਹਦੇ ਬਿਆਨਾਂ ਦੇ ਉੱਤੇ ਯਕੀਨ ਨਹੀਂ ਹੈ। ਕਮਲਜੀਤ ਨੂੰ ਝੂਠਾ ਦਰਸਾਇਆ ਗਿਆ। ਬੀਬੀ ਜਗੀਰ ਕੌਰ ਨੂੰ ਤੇ ਉਹਦੇ ਸਾਥੀਆਂ ਨੂੰ ਜਿਹੜਾ ਹੈ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਗਈ।
ਫਿਰ ਕੀ ਸੀ? ਫਿਰ ਪੂਰਾ ਜਿਹੜਾ ਹੈ ਰਸੂਖ ਜਿਹੜਾ ਹੈ ਬੀਬੀ ਜਗੀਰ ਕੌਰ ਦਾ ਸਾਫ਼ ਕਰ ਦਿੱਤਾ ਗਿਆ, ਚਿਹਰਾ ਬਿਲਕੁਲ ਸਾਫ਼ ਕਰ ਦਿੱਤਾ ਗਿਆ। ਤੇ ਹੁਣ ਬੀਬੀ ਜਗੀਰ ਕੌਰ ਇੱਕ ਵਾਰ ਫਿਰ ਤੋਂ ਜਿਹੜਾ ਹੈ ਸਿਆਸੀ ਗਲਿਆਰਾਂ ਦੇ ਵਿੱਚ ਸਰਗਰਮ ਹੋ ਰਿਹਾ। ਦੇਖਣ ਵਾਲੀ ਹੋਵੇਗੀ ਕਿ ਇਹ ਜਿਹੜੀ ਇਹਨਾਂ ਦੀ ਟਰਮ ਹੈ ਉਹ ਕਿੱਥੇ ਜਾ ਕੇ ਖੜਦੀ ਹੈ, ਜਾਂ ਫਿਰ ਪੰਥਕ ਦੇ ਵਿੱਚ ਕੀ ਤਬਦੀਲੀਆਂ ਆਉਂਦੀਆਂ ਨੇ। ਜੇ ਅਸੀਂ ਗੱਲ ਕਰੀਏ ਸਾਬਕਾ ਪ੍ਰਧਾਨ ਐਸਜੀਪੀਸੀ ਗੋਬਿੰਦ ਸਿੰਘ ਲੌਂਗੋਵਾਲ ਦੀ ਗੱਲ ਕਰੀਏ ਤਾਂ ਉਸ ਟਾਈਮ ਜਿਹੜਾ ਹੈ ਪੰਥਕ ਨੂੰ ਬੜੇ ਹੀ ਔਖੇ ਸਮਿਆਂ ਦੇ ਵਿੱਚੋਂ ਲੰਘਣਾ ਪਿਆ। ਉਹਨਾਂ ਦੇ ਵਿੱਚੋਂ ਇੱਕ ਔਖਾ ਸਮਾਂ ਇਹ ਹੈ ਕਿ ਸਰੂਪ ਜਿਹੜੇ ਨੇ ਉਹ ਬਿਨਾਂ ਰਸੀਦ ਕੱਟੇ ਦਿੱਤੇ ਜਾ ਰਹੇ ਨੇ। ਦੂਸਰੀ ਗੱਲ ਇਹ ਸੀ ਕਿ ਸਰੂਪਾਂ ਦੀ ਬੇਅਦਬੀ ਹੋ ਰਹੀ ਹੈ। ਐਂਡ ਤੀਸਰੀ ਗੱਲ ਜਿਹੜੀ ਹੈ ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਹੋਰ ਸੰਤ ਨੇ ਉਹ ਲਗਾਤਾਰ ਅਕਾਲ ਤਖਤ ਨੂੰ ਨਹੀਂ ਮੰਨਦੇ, ਚਾਹੇ ਕਿ ਉਹ ਕੰਟਰੋਵਰਸੀ ਬੇਬੁਨਿਆਦੀ ਹੋਵੇ ਜਾਂ ਫਿਰ ਉਹਦੀ ਕੋਈ ਬੁਨਿਆਦ ਹੋਵੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਬੀਬੀ ਜਗੀਰ ਕੌਰ ਜੀ ਇਸ ਐਸਜੀਪੀਸੀ ਦੇ ਪ੍ਰਧਾਨ ਬਣ ਕੇ ਕੀ ਕਰਦੇ ਨੇ। ਐਸਜੀਪੀਸੀ ਜਿਹੜੇ ਮੰਚੇ ਦੇ ਨਾਲ ਪਹਿਲਾਂ 1920 ਯਾਨੀ ਕਿ 100 ਸਾਲ ਪਹਿਲਾਂ ਬਣੀ ਸੀ, ਉਹਦਾ ਮੰਚਾ ਜਿਹੜਾ ਹੈ ਪੂਰਾ ਹੁੰਦਾ ਕਿ ਨਹੀਂ ਹੁੰਦਾ। ਲੁੱਟ ਖਸੁੱਟ ਦੇ ਸਾਰੇ ਅਸੀਂ ਅਗਵਾਈ ਹਾਂ। ਆਏ ਦਿਨ ਜਿਹੜਾ ਹੈ ਸਾਨੂੰ ਇਹ ਪੰਥ ਦੇ ਵਿੱਚ ਜਿਹੜੀਆਂ ਹੋ ਰਹੀਆਂ ਕੁਤਾਈਆਂ ਜਿਹੜੀਆਂ ਨੇ, ਜਾਂ ਇਹ ਕਹਿ ਲਓ ਕਿ ਪੰਥ ਦੇ ਵਿੱਚ ਹੇਰਾ ਫੇਰੀਆਂ ਜਿਹੜੀਆਂ ਹੋ ਰਹੀਆਂ ਉਹਦੀਆਂ ਖਬਰਾਂ ਵੇਖਣ ਨੂੰ ਮਿਲ ਰਹੀਆਂ ਨੇ। ਦੁਨੀਆ ਭਰ ਦੇ ਵਿੱਚ ਬਸਦੇ ਸਿੱਖ ਜਿਹੜੇ ਨੇ ਉਹ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਨ ਕਿ ਪੰਥ ਜਿਹੜਾ ਹੈ ਆਏ ਦਿਨ ਕਿਸੇ ਨਾ ਕਿਸੇ ਕੰਟਰੋਵਰਸੀ 'ਚ ਫਸਦਾ ਆ ਰਿਹਾ ਹੈ। ਐਸਜੀਪੀਸੀ ਜਿਹੜੀ ਕਿ ਇਸ ਧਰਮ ਦੀ ਰੱਖਿਆ ਲਈ ਸੀ, ਗੁਰਦੁਆਰਾ ਸਾਹਿਬ ਦੀ ਰੱਖਿਆ ਲਈ ਸੀ, ਔਰ ਉਹਨਾਂ ਨੇ ਧਰਮ ਨੂੰ ਜਿਹੜਾ ਹੈ ਕਿਸੇ ਹੋਰ ਕੁਰਾਹੇ ਪਾ ਦਿੱਤਾ ਹੈ। ਤਾਂ ਹੁਣ ਦੇਖਣ ਵਾਲੀ ਗੱਲ ਹੈ ਕਿ ਬੀਬੀ ਜਗੀਰ ਕੌਰ ਜਿਹੜਾ ਕਿ ਇੱਕ ਆਪਾਂ ਇਹ ਕਹਿ ਲਈਏ ਕਿ ਇੱਕ ਸਿਆਸੀ ਗਲਿਆਰੇ ਦੇ ਵਿੱਚ ਤਾਂ ਉਹ ਇੱਕ ਪੰਥਕ ਨਾਮ ਹੈ, ਪਰ ਆਮ ਲੋਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ, ਆਮ ਲੋਕਾਂ ਦੇ ਵਿੱਚ ਜਿਹੜੀ ਉਹਨਾਂ ਦੀ ਇੱਕ ਬਣੀ ਹੋਈ ਇਮੇਜ ਹੈ ਉਹ ਕਿਵੇਂ ਦੀ ਹੈ ਇਹ ਤਾਂ ਸਮਾਂ ਦੱਸੂਗਾ। ਔਰ ਉਹਨਾਂ ਦਾ ਜਿਹੜਾ ਹੁਣ ਇੱਕ ਸੰਭਾਲਿਆ ਹੋਇਆ ਕਾਰਜਕਾਰ ਹੈ ਉਹਦੇ ਵਿੱਚ ਕੀ ਤਬਦੀਲੀਆਂ ਆਉਂਦੀਆਂ ਨੇ, ਕਿਵੇਂ ਉਹ ਜਿਹੜਾ ਹੈ ਐਸਜੀਪੀਸੀ ਦੀ ਜਿਹੜੀ ਇਮੇਜ ਹੈ ਉਹਨੂੰ ਦੁਬਾਰਾ ਤੋਂ ਜਿਹੜਾ ਹੈ ਰਿਵਾਈਵ ਕਰਦੇ ਆ, ਇਹ ਸਮਾਂ ਦੱਸੇਗਾ। ਦੂਸਰੀ ਖਬਰ ਜਿਹੜੀ ਹੈ ਉਹ ਹੈ ਪੰਜਾਬ ਦੇ ਸੰਘਰਸ਼ ਦੀ, ਜਾਂ ਮੈਂ ਇਹ ਕਹਿ ਲਾਂ ਕਿ ਕਿਸਾਨ ਅੰਦੋਲਨ ਦੀ ਹੈ, ਜਿਹੜਾ ਲਗਾਤਾਰ ਹੁਣ ਨੈਸ਼ਨਲ ਮੀਡੀਆ ਦੀਆਂ ਅੱਖਾਂ ਤੇ ਵੀ ਚੜ੍ਹ ਗਿਆ ਹੈ। ਕੱਲ ਪਰਸੋਂ ਅਸੀਂ ਲਗਾਤਾਰ ਦੇਖਿਆ ਕਿ ਨੈਸ਼ਨਲ ਮੀਡੀਆ ਲਗਾਤਾਰ ਜਿਹੜਾ ਹੈ ਉਹਦੀ ਕਵਰੇਜ ਕਰ ਰਿਹਾ ਹੈ, ਕਿਸਾਨ ਮੁਹਿੰਮ ਦੀ ਕਵਰੇਜ ਕਰ ਰਿਹਾ ਹੈ। ਬਹੁਤ ਸਾਰੇ ਬੈਰੀਕੇਡ ਪਾਰ ਕਰਕੇ ਹੁਣ ਕਿਸਾਨ ਮੁਹਿੰਮ ਜਿਹੜੀ ਹੈ ਦਿੱਲੀ ਦੇ ਟਿਕਰੀ ਨੂੰ ਵੀ ਪਾਰ ਕਰ ਗਈ। ਤੇ ਕੱਲ ਅੱਧੀ ਰਾਤ ਜਿਹੜਾ ਫੈਸਲਾ ਆਇਆ ਸੀਗਾ ਕਿ 3 ਦਸੰਬਰ ਨੂੰ ਜਿਹੜਾ ਹੈ ਉਹ ਗੱਲਬਾਤ ਕੀਤੀ ਜਾ ਸਕਦੀ ਹੈ, ਔਰ ਇਸ ਤੋਂ ਬਾਅਦ ਜਿਹੜਾ ਇਹ ਕਿਹਾ ਜਾ ਰਿਹਾ ਸੀ ਕਿ ਬਰਗਾੜੀ ਨੇੜੇ ਜਿਹੜਾ ਨਿਰੰਕਾਰੀ ਭਵਨ ਹੈ ਉੱਥੇ ਬੈਠ ਕੇ ਕਿਸਾਨ ਜਿਹੜਾ ਹੈ ਆਪਣਾ ਪ੍ਰਦਰਸ਼ਨ ਕਰ ਸਕਦੇ ਆ। ਪਰ ਕਿਸਾਨਾਂ ਨੇ ਯਾਨੀ ਕਿ ਬਹੁਤਾਤ ਦੇ ਵਿੱਚ ਕਿਸਾਨਾਂ ਨੇ ਇਹ ਕਿਹਾ ਕਿ ਹੁਣ ਉਹ ਕਿਤੇ ਬੈਠਣ ਦੀ ਆਗਿਆ ਨਹੀਂ ਲੈ ਰਹੇ। ਪਹਿਲਾਂ ਇਹ ਗੱਲ ਹੋ ਰਹੀ ਸੀ ਕਿ ਰਾਮਲੀਲਾ ਮੈਦਾਨ ਦੇ ਵਿੱਚ ਬਿਠਾਇਆ ਜਾਵੇ, ਹੁਣ ਕਿਸਾਨਾਂ ਨੇ ਇਹ ਕਿਹਾ ਹੈ ਕਿ 3 ਦਸੰਬਰ ਜਿਹੜਾ ਹੈ ਉਹ ਬਹੁਤ ਦੂਰ ਹੈ, ਅਸੀਂ ਰੋਡ ਦੇ ਉੱਤੇ ਯਾਨੀ ਕਿ ਹਾਈਵੇ ਦੇ ਉੱਤੇ ਬਹਿ ਕੇ ਹੀ ਸੰਘਰਸ਼ ਕਰਾਂਗੇ, ਜਿਨ੍ਹਾਂ ਦੇ ਨਾਲ ਕਿਸਾਨਾਂ ਦਾ ਜਿਹੜਾ ਦਬਾਅ ਹੈ ਇਸ ਕੇਂਦਰ ਦੇ ਉੱਤੇ ਲਗਾਤਾਰ ਬਣਿਆ ਰਹੇ ਔਰ ਜਲਦੀ ਤੋਂ ਜਲਦੀ ਕੋਈ ਵਿਚਾਰ ਆਵੇ। ਹੁਣ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਇਸ ਮੁੱਦੇ ਨੂੰ ਲੈ ਕੇ ਉੱਠ ਰਹੇ ਨੇ। ਪਹਿਲਾ ਸਵਾਲ ਇਹ ਆਉਂਦਾ ਹੈ ਕਿ ਜੇ ਕੇਂਦਰ ਸਰਕਾਰ ਨੂੰ ਪਤਾ ਸੀ ਕਿ ਜਿਹੜਾ 26/27 ਹੈ ਉਹ ਇੱਕ ਅਹਿਮ ਦਿਨ ਹੈ, ਉਸ ਦਿਨ ਸੰਘਰਸ਼ ਅੰਦੋਲਨ ਜਿਹੜਾ ਹੈ ਉਹ ਦਿੱਲੀ ਵੱਲ ਨੂੰ ਕੂਚ ਕਰਨਾ ਹੈ, ਤੇ ਫਿਰ 3 ਦਸੰਬਰ ਦਾ ਟਾਈਮ ਕਿਉਂ ਦਿੱਤਾ ਗਿਆ? ਇਹਨੂੰ ਜਲਦੀ ਤੇ ਜਲਦੀ ਕਿਉਂ ਨਾ ਟਾਈਮ ਦਿੱਤਾ ਹੋਇਆ? ਹੁਣ ਇੰਨੀ ਠੰਡ ਦੇ ਵਿੱਚ ਮੈਂ ਆਪਣੇ ਕੋਜ਼ੀ ਸਟੂਡੀਓ ਦੇ ਵਿੱਚੋਂ ਬੋਲ ਰਿਹਾ, ਜਿਹੜੇ ਸਾਡੇ ਭਰਾ ਜਿਹੜੇ ਰਾਤ ਨੂੰ ਖੜ ਕੇ ਪਾਣੀ ਦੀਆਂ ਬੁਛਾਰਾਂ ਸਹਿ ਕੇ ਅਸਥਰੂ ਗੈਸ ਦੀਆਂ ਜਿਹੜੀਆਂ ਆਵਾਜ਼ਾਂ ਨੇ ਜਾਂ ਫਿਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੱਜ ਰਹੇ ਸੀਗੇ, ਉਹਨਾਂ ਨੂੰ ਸਹਿ ਕੇ ਅੱਧੀ ਰਾਤ ਵੀ ਉਹਨਾਂ ਬਾਰਡਰਾਂ ਤੇ ਖੜੇ ਨੇ। ਉਹਨਾਂ ਲਈ 3 ਦਸੰਬਰ ਦੂਰ ਨਹੀਂ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਨਹੀਂ ਹੈ ਕਿ ਇਹ ਮੁੱਦੇ ਨੂੰ ਜਿਹੜਾ ਹੈ ਹੱਲ ਕੀਤਾ ਜਾਵੇ। ਹਾਂ, ਇੱਥੇ ਇੱਕ ਹਾਸੋਹੀਣੀ ਬਿਆਨ ਜਿਹੜਾ ਹੈ ਲਗਾਤਾਰ ਸਾਡੇ ਖੇਤੀਬਾੜੀ ਮਿਨਿਸਟਰ ਦਾ ਆ ਰਿਹਾ, ਨਰਿੰਦਰ ਸਿੰਘ ਤੋਮਰ ਦੀ ਗੱਲ ਕਰ ਰਹੇ ਹਾਂ। ਉਹ ਲਗਾਤਾਰ ਇਹ ਕਹਿ ਰਹੇ ਨੇ ਕਿ ਇਹ ਜਿਹੜਾ ਬਿੱਲ ਹੈ ਅਜੇ ਵੀ ਕਿਸਾਨਾਂ ਦੇ ਹੱਕ ਵਿੱਚ ਹੈ। ਭਾਈ ਹੱਕ ਵਿੱਚ ਹੈ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਅਸਮਰੱਥ ਕਿਉਂ ਹੈ? ਇਹ ਤਾਂ ਬਿਲਕੁਲ ਉਸੇ ਤਰੀਕੇ ਦੇ ਨਾਲ ਹੈ ਜਿਵੇਂ ਇਕਨੋਮੀ ਨੂੰ ਰਿਵਾਈਵ ਕਰਨ ਲਈ, ਇਕਨੋਮੀ ਨੂੰ ਜੀਵਤ ਕਰਨ ਲਈ ਤੁਸੀਂ ਬੜਾ ਵੱਡਾ ਪੈਕੇਜ ਦੇ ਰਹੇ ਹੋ, ਔਰ ਉਸ ਪੈਕੇਜ ਨੂੰ ਦੇਣ ਲਈ ਤੁਹਾਨੂੰ 3 ਪ੍ਰੈਸ ਕਾਨਫਰੰਸਾਂ ਕਰਨੀਆਂ ਪੈ ਰਹੀਆਂ ਨੇ। ਜੇ ਸਿੱਧੀ ਗੱਲ ਹੈ ਤਾਂ ਫਿਰ ਸਭ ਨੂੰ ਕਿਉਂ ਨਹੀਂ ਸਮਝ ਆ ਰਹੀ? ਐਡੇ ਜੀਵੀ ਬੁੱਧੀਜੀਵੀ ਕਹਿ ਰਹੇ ਨੇ ਕਿ ਇਹ ਜਿਹੜਾ ਕਾਨੂੰਨ ਨੇ, ਤਿੰਨੇ ਕਾਨੂੰਨ ਨੇ, ਇਹ ਪੰਜਾਬ ਦੇ ਜਾਂ ਕਿਸੇ ਹੋਰ ਸਟੇਟ ਦੇ ਕਿਸਾਨਾਂ ਦੇ ਹੱਕ ਵਿੱਚ ਨਹੀਂ ਹਨ। ਲਗਾਤਾਰ ਅਸੀਂ ਫੁਟੇਜ ਦੇਖ ਰਹੇ ਹਾਂ, ਲਗਾਤਾਰ ਹਰ ਮੀਡੀਆ ਜਿਹੜਾ ਹੈ ਉਹ ਇਸ ਮੁੱਦੇ ਨੂੰ ਕਵਰ ਕਰ ਰਿਹਾ ਹੈ, ਪਰ ਅਥਰੂ ਆਉਂਦੇ ਨੇ ਕਿਸਾਨਾਂ ਨੂੰ ਦੇਖ ਕੇ ਕਿ ਜਨਾਬ ਇੰਨੇ ਸਾਲ ਹੋ ਗਏ ਆਜ਼ਾਦ ਹੋਇਆਂ ਨੂੰ, ਕਿ ਅਸੀਂ ਅਜੇ ਵੀ ਆਪਣੇ ਮੁਲਕ ਦੇ ਵਿੱਚ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੈਗੇ। ਸਭ ਤੋਂ ਪਹਿਲੀ ਜਿਹੜੀ ਦਰਦਨਾਕ ਹੈ ਤੇ ਸ਼ਰਮਸਾਰ ਗੱਲ ਹੈ ਉਹ ਇਹ ਗੱਲ ਹੈ ਕਿ ਅਸੀਂ ਜਿਹੜੇ ਲੋਕ ਆ ਲੋਕਤੰਤਰ ਦੇ ਵਿੱਚ ਰਹਿੰਦੇ ਹਾਂ, ਤੇ ਲੋਕਤੰਤਰ ਦਾ ਮਤਲਬ ਲੋਕਾਂ ਦੀ ਸਰਕਾਰ, ਲੋਕਾਂ ਦੇ ਲਈ ਤੇ ਲੋਕਾਂ ਦੀ ਹੱਕਾਂ ਦੀ ਰਾਖੀ ਕਰਨ ਦੀ ਸਰਕਾਰ। ਤੇ ਜਦੋਂ ਸਰਕਾਰ ਤੁਹਾਡੇ ਹੱਕ ਲੁੱਟਣ ਲੱਗ ਪਵੇ ਤਾਂ ਫਿਰ ਇਦਾਂ ਦੇ ਵਿਰੋਧ ਜਿਹੜੇ ਨੇ ਉਹ ਜਨਮ ਲੈਂਦੇ ਨੇ। ਔਰ
ਇਹ ਤਾਂ ਇੱਕ ਤਰੀਕੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਬੇਅਦਬੀ ਹੈ ਜੇ ਤੁਸੀਂ ਜਿਹੜਾ ਹੈ ਕਿਸੇ ਨੂੰ ਸੰਘਰਸ਼ ਕਰਨ ਤੋਂ ਰੋਕ ਰਹੇ ਆ। ਕੋਈ ਹੱਕ ਨਹੀਂ ਹੈ ਖੱਟੜ ਸਰਕਾਰ ਨੂੰ ਰਾਹਾਂ ਦੇ ਉੱਤੇ ਜਿਹੜੇ ਕਿ ਰਾਸ਼ਟਰੀ ਮਾਰਗ ਨੇ ਉਹਨਾਂ ਦੇ ਵਿੱਚ ਟੋਹੇ ਪੁੱਟਣ ਦੀ, ਉਹਨਾਂ ਦੇ ਅੱਗੇ ਬੈਰੀਕੇਡ ਲਾਉਣ ਦੀ, ਜਦੋਂ ਤੱਕ ਉਹ ਸੰਘਰਸ਼ ਕਿਸੇ ਨੂੰ ਜਿਹੜਾ ਹੈ ਨੁਕਸਾਨ ਨਹੀਂ ਪਹੁੰਚਾ ਰਿਹਾ। ਅਸੀਂ ਦੇਖਿਆ ਕਿ ਸ਼ੰਭੂ ਬਾਰਡਰ ਹੈ, ਚਾਹੇ ਖਨੌਰੀ ਬਾਰਡਰ ਹੈ, ਜਾਂ ਹੁਣ ਜਿਹੜਾ ਅਸੀਂ ਟਿਕਰੀ ਬਾਰਡਰ ਕਹਿ ਲਈਏ, ਹਰੇਕ ਬਾਰਡਰ ਦੇ ਉੱਤੇ ਇਦਾਂ ਜਾ ਸਲੂਕ ਕੀਤਾ ਜਾ ਰਿਹਾ ਕਿ ਜਿਵੇਂ ਅਸੀਂ ਕਿਸੇ ਦੂਸਰੇ ਮੁਲਕ ਤੋਂ ਆ ਕੇ ਇਸ ਮੁਲਕ ਦੇ ਵਾਸੀਆਂ ਨੂੰ ਨੁਕਸਾਨ ਪਹੁੰਚਾ ਰਹੇ ਹਾਂ। ਪਰ ਇਹ ਜਿਹੜੇ ਪੰਜਾਬ ਦੇ ਲੋਕ ਨੇ, ਪੰਜਾਬ ਦੇ ਜਾਏ ਨੇ, ਲਗਾਤਾਰ ਪ੍ਰਮੋਟ ਕਰ ਰਹੇ ਨੇ ਕਿ ਬਈ ਅਸੀਂ ਆਪਣੇ ਹੱਕ ਲੈਣਾ ਜਾਣਦੇ ਹਾਂ। ਇਹ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਪੰਜਾਬੀ ਜਿਹੜੇ ਨੇ ਪੂਰੇ ਸਰੜੇ ਦੇ ਨਾਲ ਖੜੇ ਰਹਿੰਦੇ ਨੇ, ਸਿੱਦਕ ਦੇ ਨਾਲ ਖੜੇ ਰਹਿੰਦੇ ਨੇ ਔਰ ਹਮੇਸ਼ਾ ਜਿਹੜੇ ਨੇ ਆਪਣਾ ਹੱਕ ਲੈਂਦੇ ਨੇ। ਮੈਂ ਹੈਰਾਨ ਹਾਂ, ਬਹੁਤ ਸਾਰੀਆਂ ਫੁਟੇਜ ਦੇਖ ਰਿਹਾ ਹਾਂ, ਲਗਾਤਾਰ ਕੋਈ ਟਰੈਕਟਰ ਦੇ ਉੱਤੇ ਕੰਬਲੀ ਲੈ ਕੇ ਸੁੱਤਾ ਹੋਇਆ। ਇਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਅਸੀਂ ਤਾਂ ਘੋੜਿਆਂ ਦੇ ਉੱਤੇ ਸੌਣ ਵਾਲੇ ਹਾਂ। ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਹਾਂ, ਅਸੀਂ ਹਰੀ ਸਿੰਘ ਨਲੂਏ ਦੇ ਵਾਰਿਸ ਹਾਂ। ਔਰ ਜੇ ਪੰਜਾਬ ਨੇ ਇੱਕ ਵਾਰੀ ਜਿਹੜੀ ਹੈ ਕਿਸੇ ਲੋਕ ਲਹਿਰ ਨੂੰ ਚਾਲੂ ਕਰ ਦਿੱਤਾ ਤੇ ਸ਼ਾਇਦ ਉਹ ਆਪਣੇ ਅੰਤਿਮ ਇੰਜ਼ਾਮ ਤੱਕ ਪਹੁੰਚੇਗੀ ਜ਼ਰੂਰ। ਇੱਥੇ ਦੂਸਰਾ ਵੱਡਾ ਸਵਾਲ ਇਹ ਉੱਠਦਾ ਹੈ ਕਿ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਇਹ ਹਾਲਾਤ ਨਾਰਮਲ ਨਹੀਂ ਹੈ, ਇਹ ਕਰੋਨਾ ਦੇ ਨਾਲ ਸੰਬੰਧਿਤ ਹਾਲਾਤ ਨੇ। ਪਰ ਜੇ ਇਹ ਕਰੋਨਾ ਦੇ ਨਾਲ ਸੰਬੰਧਿਤ ਹਾਲਾਤ ਨੇ ਤਾਂ ਜਨਾਬ ਇਹ ਫਿਰ ਰੈਲੀਆਂ ਟਾਈਮ ਤੁਹਾਨੂੰ ਕਿਉਂ ਨਹੀਂ ਚੇਤਾ ਆਉਂਦਾ? ਬਿਹਾਰ ਦੇ ਵਿੱਚ ਇੰਨੀਆਂ ਤਾਬੜ-ਤੋੜ ਸਾਡੀਆਂ ਰੈਲੀਆਂ ਮੋਦੀ ਸਾਹਿਬ ਨੇ ਕੀਤੀਆਂ ਨੇ, ਉਦੋਂ ਕਿਉਂ ਨਹੀਂ ਯਾਦ ਆ ਰਿਹਾ ਕਿ ਇਹ ਕਰੋਨਾ ਹਾਲ ਹੈ? ਹੁਣ ਜੇ ਅਸੀਂ ਪੱਛਮੀ ਬੰਗਾਲ ਦੀ ਗੱਲ ਕਰੀਏ ਤੇ ਉੱਥੇ ਤੁਸੀਂ ਇਕੱਠ ਕਰ ਰਹੇ ਹੋ, ਉਦੋਂ ਕਿਉਂ ਨਹੀਂ ਤੁਹਾਨੂੰ ਚੇਤਾ ਆ ਰਿਹਾ ਕਿ ਇਹ ਕਰੋਨਾ ਕਾਲ ਹੈ? ਐਂਡ ਜੇ ਕਰੋਨਾ ਕਾਲ ਹੈਗਾ ਹੀ ਹੈ ਜਨਾਬ, ਤਾਂ ਫਿਰ ਸਾਡੇ ਲੋਕਾਂ ਦਾ ਤੁਸੀਂ ਹੱਲ ਕਿਉਂ ਨਹੀਂ ਕਰ ਰਹੇ? ਪੰਜਾਬ ਦਾ ਹੱਲ ਕਿਉਂ ਨਹੀਂ ਕਰ ਰਹੇ? ਇਹ ਬਾਰ-ਬਾਰ ਕਿਹਾ ਜਾ ਰਿਹਾ ਹੈ। ਦੂਸਰੇ ਬੰਨੇ ਕਰੋਨਾ ਦੀ ਮੈਂ ਗੱਲ ਕਰਾਂ ਤਾਂ ਨਰਿੰਦਰ ਮੋਦੀ ਜੀ ਅੱਜ ਜਿਹੜੇ ਨੇ ਪੂਰੀ ਜਿਹੜੀਆਂ ਸਟੇਟਸ ਨੇ ਜਿੱਥੇ ਰਿਸਰਚਸ ਹੋ ਰਹੀ ਨੇ ਉਹਨਾਂ ਦਾ ਦੌਰਾ ਕਰ ਰਹੇ ਨੇ। ਜਦੋਂ ਕੀ ਕਹਿੰਦੇ ਹੁੰਦੇ ਨੇ ਕਿ ਤੁਹਾਡੇ ਘਰ ਆ ਕੇ ਕੋਈ ਬੈਠ ਜਾਵੇ, ਤੁਹਾਡਾ ਮਸਲਾ ਜਿਹੜਾ ਹੈ ਪ੍ਰਾਇੋਰਟੀ ਤੇ ਕੀ ਹੋਣਾ ਚਾਹੀਦਾ ਹੈ, ਸ਼ਾਇਦ ਨਰਿੰਦਰ ਮੋਦੀ ਹੁਣਾਂ ਨੂੰ ਸਮਝਾਉਣ ਦੀ ਲੋੜ ਨਹੀਂ ਹੈ। ਐਡੇ ਵੱਡੇ ਲੀਡਰ ਜਿਹੜੇ ਦੁਨੀਆ ਭਰ ਦੇ ਵਿੱਚ ਨਾ ਬਣਾ ਖੱਟ ਗਏ ਨੇ, ਉਹਨਾਂ ਨੂੰ ਇਹ ਸਮਝਾਉਣ ਦੀ ਲੋੜ ਨਹੀਂ ਹੈ। ਲਗਾਤਾਰ ਇਗਨੋਰ ਕੀਤਾ ਜਾ ਰਿਹਾ ਹੈ ਇਸ ਅੰਦੋਲਨ ਨੂੰ। ਪਰ ਇਹ ਅੰਦੋਲਨ ਜਿਹੜਾ ਹੈ ਇਸ ਕਰਕੇ ਹੀ ਜਿਹੜਾ ਹੈ ਕਹਿ ਲਓ ਕਿ ਵੱਡਾ ਹੁੰਦਾ ਜਾ ਰਿਹਾ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਟਿੱਚ ਕਰਕੇ ਨਹੀਂ ਜਾਣ ਰਹੀਆਂ। ਇਹਨਾਂ ਕਿਸਾਨ ਕਾਨੂੰਨਾਂ ਦੇ ਵਿੱਚ ਇੱਕ ਗੱਲ ਜਿਹੜੀ ਹੈ ਆਮ ਦੇਖਣ ਨੂੰ ਮਿਲ ਰਹੀ ਹੈ ਔਰ ਹਰ ਕੋਈ ਗੱਲ ਕਰ ਰਿਹਾ ਉਹਦੇ ਬਾਰੇ, ਉਹ ਹੈ ਕੰਟਰੈਕਟ ਫਾਰਮਿੰਗ। ਵੈਸੇ ਕੰਟਰੈਕਟ ਫਾਰਮਿੰਗ ਹੈ ਕੀ? ਤੁਸੀਂ ਹਿਸਾਬ ਲਾਓ ਕਿ ਤੁਸੀਂ ਮੱਕੀ ਵੇਚੀ ਹੈ, ਤੁਸੀਂ ਮੱਕੀ ਬੀਜਣ ਤੋਂ ਪਹਿਲਾਂ ਹੀ ਕਿਸੇ ਕੰਪਨੀ ਦੇ ਨਾਲ ਇਕਰਾਰਨਾਮਾ ਕਰ ਲਓ ਕਿ ਮੇਰੀ ਮੱਕੀ ਦੀ ਜਿੰਨੀ ਫਸਲ ਹੋਏਗੀ ਉਹ ਤੇਰੀ ਫਸਲ ਹੈ, ਤੂੰ ਇਹਨੂੰ ਬੀਜ, ਇਹਦੇ ਤੋਂ ਸਾਰਾ ਕੁਝ ਕਰ, ਰॉ ਮਟੀਰੀਅਲ ਜਿਹੜਾ ਹੈ ਤੁਹਾਡੇ ਖੱਤੇ ਤੋਂ ਚੱਕਿਆ ਜਾਏਗਾ। ਇਨ ਪਿੰਨ ਕਿ ਤੁਸੀਂ ਇੱਕ ਵਾਰ ਬਿਜਾਈ ਕਰ ਲਈ, ਉਸ ਤੋਂ ਬਾਅਦ ਤੁਸੀਂ ਉਸ ਨੂੰ ਹੱਥ ਨਹੀਂ ਲਾ ਸਕਦੇ। ਇਹ ਹੈ ਕੰਟਰੈਕਟ ਫਾਰਮਿੰਗ। ਮਤਲਬ ਤੁਸੀਂ ਕਿਸੇ ਚਿਪਸ ਵਾਲੀ ਕੰਪਨੀ ਦੇ ਨਾਲ ਕੋਈ ਐਗਰੀਮੈਂਟ ਕਰ ਲਿਆ ਤੇ ਜਿਹੜੇ ਆਲੂ ਨੇ ਉਹ ਕੰਪਨੀ ਹੀ ਲਾਊਗੀ, ਕੰਪਨੀ ਹੀ ਕਰੂਗੀ ਔਰ ਤੁਹਾਨੂੰ ਉਹਦਾ ਬਣਦਾ ਕੰਟਰੈਕਟ ਦਿੱਤਾ ਜਾਏਗਾ। ਇਹ ਇੱਕ ਤਰੀਕੇ ਨਾਲ ਕੰਟਰੈਕਟ ਫਾਰਮਿੰਗ ਹੈ। ਪੰਜਾਬ ਦੇ ਲੋਕ ਜਿਹੜੇ ਕਿ ਖੁਸ਼ਹਾਲ ਲੋਕ ਨੇ, ਅਸੀਂ ਬਾਰ-ਬਾਰ ਗੱਲ ਕਰਦੇ ਹਾਂ, ਉਹ ਲੋਕ ਨੇ ਜਿਹੜੇ ਪਰਵਾਹ ਨਹੀਂ ਕਰਦੇ। ਹੁਣ ਵੀ ਅਸੀਂ ਸਾਡੇ ਸੰਘਰਸ਼ ਦੀ ਗੱਲ ਕਰ ਲਈਏ ਤੇ ਥਾਂ-ਥਾਂ ਤੇ ਲੰਗਰ ਲੱਗ ਰਹੇ ਨੇ। ਉਹ ਇਸ ਕਰਕੇ ਲੱਗ ਰਹੇ ਨੇ ਕਿ ਅਸੀਂ ਕਿਸੇ ਨੂੰ ਕੰਟਰੈਕਟ ਦੇ ਉੱਤੇ ਆਪਣਾ ਖੇਤ ਨਹੀਂ ਦਿੱਤਾ। ਜਦੋਂ ਅਸੀਂ ਕੰਟਰੈਕਟ ਦੇ ਉੱਤੇ ਖੇਤ ਦਿੱਤਾ ਤਾਂ ਫਿਰ ਅਸੀਂ ਨਾ ਛੱਲੀ ਭੰਨ ਕੇ ਖਾ ਸਕਦੇ ਹਾਂ ਤੇ ਨਾ ਹੀ ਗੰਨਿਆਂ ਤੋਂ ਜਿਹੜਾ ਹੈ ਰੌ ਕੱਢ ਸਕਦੇ ਹਾਂ। ਫਿਰ ਤੇ ਕੰਪਨੀਆਂ ਜਿਹੜੀਆਂ ਨੇ ਉਹਦੇ ਉੱਤੇ ਆਪਣਾ ਜਿਹੜਾ ਹੈ ਇੱਕ ਤਰੀਕੇ ਦੇ ਨਾਲ ਮਾਲਕਾਨਾ ਹੱਕ ਜਤਾਉਣਗੀਆਂ। ਜਦੋਂ ਤੋਂ ਉਹਨਾਂ ਦੀ ਜਿਹੜੀ ਹੈ ਬਿਜਾਈ ਜਿਹੜੀ ਹੈ ਜਾਂ ਫਿਰ ਇਹ ਕਹਿ ਲਓ ਕਿ ਉਹਨਾਂ ਤੱਕ ਕਟਾਈ ਨਹੀਂ ਹੁੰਦੀ, ਉਦੋਂ ਤੱਕ ਸਾਡਾ ਖੇਤ ਜਿਹੜਾ ਹੈ ਉਹ ਇਹਨਾਂ ਦੇ ਧੱਕੇ ਚੜਿਆ ਰਹੂਗਾ। ਇਹ ਜਿਹੜਾ ਕਾਨੂੰਨ ਹੈ, ਇਹ ਤਿੰਨਾਂ ਕਾਨੂੰਨਾਂ ਦੇ ਵਿੱਚ ਫਾਰਮਜ਼ ਐਗਰੀਮੈਂਟ ਐਂਡ ਪ੍ਰਾਈਜ਼ ਇੰਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਐਕਟ 2020 ਦੇ ਵਿੱਚ ਜਿਹੜਾ ਹੈ ਆਉਂਦੀ ਹੈ ਕੰਟਰੈਕਟ ਫਾਰਮਿੰਗ। ਪਰ ਕੰਟਰੈਕਟ ਫਾਰਮਿੰਗ ਜਿਹੜੀ ਹੈ ਉਹ ਬਹੁਤ ਘਾਤਕ ਹੋ ਸਕਦੀ ਹੈ। ਸਾਡੇ ਪੰਜਾਬ ਦੇ ਵਿੱਚ ਆਮ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਦਿਲ ਕਰਦਾ ਕਿਸੇ ਚੀਜ਼ ਨੂੰ ਖਾਣ ਨੂੰ, ਅਸੀਂ ਖੱਤਿਆਂ ਦੇ ਵਿੱਚੋਂ ਤੋੜ ਕੇ ਖਾ ਲੈਂਦੇ ਹਾਂ। ਜਨਾਬ ਹੁਣ ਛੱਲੀ ਦੀ ਗੱਲ ਕਰ ਲਾਂ ਤੇ ਜੇ ਤੁਸੀਂ ਅੱਜ ਛੱਲੀ ਜਿਹੜੀ ਹੈ ਕਿ ਤੁਹਾਡਾ ਦਿਲ ਕਰ ਰਿਹਾ ਤਾਂ ਤੁਸੀਂ ਕਿਤੇ ਵੀ ਖੱਤੇ ਦੇ ਵਿੱਚੋਂ ਤੋੜ ਕੇ ਖਾ ਸਕਦੇ ਹੋ। ਉਹੀ ਛੱਲੀ ਜਿਹੜੀ ਤੁਸੀਂ ਫਰੀ ਦੇ ਵਿੱਚ ਕਿਸੇ ਦੇ ਖੇਤ 'ਚੋਂ ਖਾ ਰਹੇ ਹੋ ਨਾ, ਫਿਰ ਤੁਹਾਨੂੰ ਸ਼ਾਇਦ ਕਿਸੇ ਅੰਬਾਨੀ ਅਡਾਨੀ ਦੇ ਜਿਹੜੇ ਹੈ ਵੱਡੇ ਜਿਹੜੇ ਮਾਲ ਹੈ ਉਹਨਾਂ ਦੇ ਵਿੱਚੋਂ ਖਰੀਦਣੀ ਪੈ ਸਕਦੀ ਹੈ। ਸੋ ਤੁਸੀਂ ਹੱਲ ਜਿਹੜਾ ਹੈ ਲੱਭ ਸਕਦੇ ਹੋ। ਹੱਲ ਲੱਭਣ ਦੇ ਲਈ ਸਾਡੇ ਯੋਧੇ ਜਿਹੜੇ ਨੇ ਉਹ ਲਗਾਤਾਰ ਡਟੇ ਹੋਏ ਨੇ। ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਹੱਲ ਜਿਹੜਾ ਹੈ ਇਹਨਾਂ ਸਾਰੇ ਮਸਲਿਆਂ ਦਾ ਮਿਲ ਜਾਏਗਾ। ਹੱਲ ਚਲੋ ਇੱਕ ਗੱਲ ਮੰਨਦੇ ਹਾਂ, ਜੇ ਆਪਾਂ ਇਹਨੂੰ ਉੱਦਾਂ ਗੱਲ ਕਰ ਲਈਏ ਕਿ ਸ਼ਾਇਦ ਇਹਦੇ ਵਿੱਚ ਕੋਈ ਕੁਛ ਚੀਜ਼ ਨਹੀਂ ਹੈਗੀ, ਕੋਈ ਗਲਤ ਗੱਲ ਨਹੀਂ ਹੈਗੀ, ਪਰ ਇੱਕ ਵਾਰ ਜਿਹੜਾ ਹੈ ਸਮਝਾ ਕੇ ਤਾਂ ਦੇਖਣ, ਟਾਕ ਕਰਕੇ ਤਾਂ ਦੇਖਣ ਔਰ ਇਸ ਤੋਂ ਬਾਅਦ ਜੇ ਕੋਈ ਹੱਲ ਨਹੀਂ ਨਿਕਲਦਾ ਤਾਂ ਫਿਰ ਉਸ ਤੋਂ ਬਾਅਦ ਗੱਲ ਕੀਤੀ ਜਾ ਸਕਦੀ ਹੈ। ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਕਿਸਾਨ ਜਿਹੜੇ ਨੇ ਉਹ ਬਾਰ-ਬਾਰ ਕੇਂਦਰ ਸਰਕਾਰ ਨੂੰ ਕਹਿ ਰਹੇ ਨੇ ਕਿ ਇਹ ਕਿਸਾਨ ਵਿਰੋਧੀ ਬਿੱਲ ਨੇ। ਪਰ ਕਿਸਾਨ ਵਿਰੋਧੀ ਬਿੱਲ ਜਿਹੜੇ ਨੇ ਉਹ
ਕਿਉਂ ਨੇ, ਕਿਸ ਤਰੀਕੇ ਦੇ ਨਾਲ ਨੇ, ਕੇਂਦਰ ਸਰਕਾਰ ਬੈਠ ਕੇ ਗੱਲ ਕਰੇ। ਬਾਰ-ਬਾਰ ਅਸੀਂ ਸਾਡੀ ਕੰਟਰੀ ਦੇ ਪੀਐਮ ਨੂੰ ਕਹਿ ਰਹੇ ਹਾਂ ਕਿ ਤੁਸੀਂ ਕੋਈ ਟਵੀਟ ਕਰੋ, ਕੋਈ ਬਿਆਨ ਦਿਓ, ਤਾਂ ਜੋ ਜਿਹੜਾ ਹੈ ਕਿਸਾਨਾਂ ਨੂੰ ਇੱਕ ਤਰੀਕੇ ਨਾਲ ਧਰਵਾਸਾ ਤਾਂ ਮਿਲੇ ਕਿ ਕੀ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈ। ਇਹ ਧਰਵਾਸਾ ਨਹੀਂ ਮਿਲ ਰਿਹਾ, ਇਸ ਕਰਕੇ ਇਹ ਕਿਸਾਨ ਜਿਹੜੇ ਨੇ ਉਹ ਹਜੇ ਸ਼ਾਂਤਮਈ ਤਰੀਕੇ ਦੇ ਨਾਲ ਜਾ ਰਹੇ ਨੇ। ਔਰ ਮੈਨੂੰ ਲੱਗਦਾ ਹੈ ਕਿ ਇਹ ਬੜੀ ਜਿਹੜੀ ਇੱਕ ਗੰਦੀ ਜਿਹੜੀ ਤਸਵੀਰ ਹੈ ਲੋਕਤੰਤਰ ਦੀ ਸਾਹਮਣੇ ਆ ਰਹੀ ਹੈ ਕਿ ਬਿਨਾਂ ਕਿਸੇ ਮਤਲਬ ਤੋਂ ਸ਼ਾਂਤਮਈ ਅੰਦੋਲਨ ਨੂੰ ਰੋਕਿਆ ਜਾ ਰਿਹਾ ਹੈ ਔਰ ਲਗਾਤਾਰ ਤਸ਼ੱਦਦ ਢਾਏ ਜਾ ਰਹੇ ਨੇ। ਇਹ ਸੀ ਮੇਰਾ ਅੱਜ ਦਾ ਅਖਬਾਰਨਾਮਾ। ਮੈਂ ਫਿਰ ਮਿਲਾਂਗਾ ਤੁਹਾਨੂੰ ਕਿਸੇ ਨਵੀਂ ਖਬਰ ਦੇ ਨਾਲ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV।